ਲੈਂਦੇ ਜਿਹੜੇ ਗੁਰਮੁਖ ਹਨ, ਆਪਣੇ ਆਪ ਨੂੰ ਕੁਝ ਲੈਂਦੇ, ਆਪਣੇ ਆਪ ਨੂੰ ਪਹਿਚਾਣ ਲੈਂਦੇ ਤੇ ਸੱਚ ਦੇ ਵਿੱਚ ਸਮਾ ਜਾਂਦੇ, ਉੱਥੇ ਵਸ ਜਾਂਦੇ ਜਿੱਥੇ ਆਪ ਮਾਲਕ ਵਸਦਾ ਹੈ। ਤੇ ਹੁਣ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਵਾਲ ਕੀਤਾ ਯੋਗੀਆਂ ਨੂੰ ਕਿ ਇਹ ਜੋ ਸੰਸਾਰ ਸਾਗਰ ਹੈ, ਇਸ ਨੂੰ ਕਿਵੇਂ ਪਾਰ ਕਰ ਸਕਦੇ ਹਾਂ। ਦੁਨੀਆ ਸਾਗਰ ਉਤਰ ਕਹੀਏ, ਇਹ ਜੋ ਦੂਜਾ ਸੰਸਾਰ ਸਾਗਰ ਹੈ, ਭਵ ਸਾਗਰ ਹੈ, ਦੁਨੀਆ ਹੈ, ਸੰਸਾਰ ਹੈ, ਕਿਉਂ ਕਰ ਪਾਈਏ ਪਾਰੋ, ਇਹਨੂੰ ਕਿਵੇਂ ਪਾਰ ਕੀਤਾ ਜਾ ਸਕਦਾ ਹੈ। ਕਿਉਂਕਿ ਜਦ ਤੱਕ ਸੰਸਾਰ ਸਾਗਰ ਪਾਰ ਨਹੀਂ ਕਰਦੇ ਤੇ ਪ੍ਰਭੂ ਨੂੰ ਨਹੀਂ ਮਿਲ ਸਕਦੇ। ਇਸ ਕਰਕੇ ਕਿਵੇਂ ਪਾਰ ਹੋਵੇਗਾ। ਚਰਪਟ ਬੋਲੇ ਉਦੋਂ ਨਾਨਕ ਦਿਓ ਸੱਚਾ ਵਿਚਾਰੋ। ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਚਰਪਟ ਤੇ ਉਦੋਂ ਨੂੰ ਪੁੱਛਿਆ, ਸਵਾਲ ਕੀਤਾ ਕਿ ਦੱਸੋ ਕਿਵੇਂ ਪਾਰ ਕੀਤਾ ਜਾ ਸਕਦਾ ਹੈ। ਤੇ ਫਿਰ ਚਰਪਟ ਤੇ ਉਦੋਂ ਕੀ ਕਹਿਣ ਲੱਗੇ ਕਿ ਤੁਸੀਂ ਜੋ ਆਖ ਸਵਾਲ ਕੀਤਾ ਦੇ ਵਿੱਚ ਆਏ, ਜਿਸ ਧਨ ਦੇ ਵਿੱਚ ਜੋ ਕਿ ਸਰੀਰ ਮਾਤਾ ਤ੍ਰਿਪਤਾ ਜੀ ਦੇ ਕੁੱਖੋਂ ਪੈਦਾ ਹੋਇਆ, ਪਿਤਾ ਕਾਲੂ ਜੀ ਦੇ ਘਰ, ਮਹਿਤਾ ਕਾਲੂ ਜੀ ਦੇ ਘਰ, ਤੇ ਉਹ ਸਰੀਰ ਦੇ ਵਿੱਚ ਆਪ ਮਾਲਕ ਵਸ ਗਿਆ ਜੋਤ ਰੂਪ, ਜਿਸ ਬਾਰੇ ਸਤਿਗੁਰੂ ਜੀ ਸਮਝਾਉਂਦੇ, ਗੁਰਬਾਣੀ ਦੇ ਵਿੱਚ ਦਰਜ ਹੈ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਤੇ ਫਿਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਫਿਰ ਇਹ ਗਿਆਨ ਦੇਣਾ ਸ਼ੁਰੂ ਕੀਤਾ, ਪ੍ਰਚਾਰ ਕਰਨਾ ਸ਼ੁਰੂ ਕੀਤਾ, ਉਪਦੇਸ਼ ਦੇਣਾ ਸ਼ੁਰੂ ਕੀਤਾ ਲੋਕਾਈ ਨੂੰ। ਤੇ ਪਰ ਜਦੋਂ ਪ੍ਰਚਾਰ ਤੇ ਚੱਲ ਰਹੇ ਸੀ, ਕਿਉਂਕਿ ਉਹਨਾਂ ਜੀਵਾਂ ਦੇ ਨਾਲ ਹੀ ਇਹ ਵਿਚਾਰ ਕੀਤੀ ਜਾ ਸਕਦੀ ਹੈ ਜਿਨ੍ਹਾਂ ਦੇ ਅੰਦਰ ਉਸ ਪਰਮੇਸ਼ਰ ਨੂੰ ਮਿਲਣ ਦਾ ਚਾਅ ਹੈ, ਉਸ ਪ੍ਰਭੂ ਨੂੰ ਮਿਲਣ ਦਾ ਚਾਅ ਹੈ, ਮੁਕਤ ਹੋਣ ਦੀ ਜਿਨ੍ਹਾਂ ਦੇ ਅੰਦਰ ਇੱਛਾ ਹੈ। ਏਦਾਂ ਹੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੋਗੀਆਂ ਦੇ ਨਾਲ ਮਿਲਾਪ ਕੀਤਾ, ਕਿਉਂਕਿ ਜੋਗੀ ਘਰ-ਬਾਰ ਛੱਡ ਕੇ ਜੰਗਲਾਂ ਦੇ ਵਿੱਚ ਰਹਿੰਦੇ ਸੀ। ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਕਿਹਾ ਵੀ ਇਹਨਾਂ ਦੇ ਅੰਦਰ ਪਰਮੇਸ਼ਰ ਨੂੰ ਮਿਲਣ ਦਾ ਚਾਅ ਹੈ, ਕਿਉਂ ਨਾ ਇਹਨਾਂ ਦੇ ਨਾਲ ਵਿਚਾਰ ਕੀਤੀ ਜਾਵੇ, ਗੋਸ਼ਟ ਕੀਤੀ ਜਾਵੇ। ਤੇ ਫਿਰ ਉਹਨਾਂ ਦੀ ਜੋ ਵਿਚਾਰ ਜੋਗੀਆਂ ਦੇ ਨਾਲ ਹੋਈ, ਉਹ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਿੱਧ ਗੋਸ਼ਟ ਬਾਣੀ ਦੇ ਨਾਂ ਦੇ ਵਿੱਚ ਦਰਜ ਹੈ। ਤੇ ਆਪਾਂ ਅੱਜ ਉਸ ਸਿੱਧ ਗੋਸ਼ਟ ਦੀ ਵਿਚਾਰ ਕਰਾਂਗੇ, ਤਾਂ ਕਿ ਜੋ ਸਵਾਲ ਜੋਗੀਆਂ ਦੇ ਸਨ, ਆਪਣੇ ਵੀ ਉਹੋ ਜਿਹੇ ਸਵਾਲ ਹਨ ਉਹਨਾਂ ਜੀਵਾਂ ਦੇ ਜਿਹੜੇ ਪ੍ਰਭੂ ਨੂੰ ਮਿਲਣਾ ਚਾਹੁੰਦੇ ਹਨ, ਤਾਂ ਕਿ ਸਾਨੂੰ ਵੀ ਗਿਆਨ ਹੋ ਜਾਵੇ ਕਿ ਗੁਰੂ ਨਾਨਕ ਸਾਹਿਬ ਜੀ ਜੋਗੀਆਂ ਦੇ ਸਵਾਲਾਂ ਦੇ ਕੀ ਜਵਾਬ ਦੇ ਰਹੇ ਹਨ। ਜਦੋਂ ਜੋਗੀਆਂ ਦੇ ਨਾਲ ਮਿਲਾਪ ਹੋਇਆ ਤੇ ਬੈਠ ਕੇ ਵਿਚਾਰ ਸ਼ੁਰੂ ਹੋਣ ਲੱਗੀ, ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਜੋਗੀਆਂ ਨੂੰ ਸਵਾਲ ਕੀਤਾ ਕਿ ਤੁਸੀਂ ਘਰ-ਬਾਰ ਛੱਡਿਆ ਹੈ, ਤੁਸੀਂ ਜੰਗਲਾਂ ਦੇ ਵਿੱਚ ਭਵਦੇ ਫਿਰਦੇ ਹੋ, ਕਿ ਤੁਸੀਂ ਏਦਾਂ ਸੱਚ ਨੂੰ ਮਿਲ ਸਕਦੇ ਹੋ, ਤੁਸੀਂ ਸੁੱਚੇ ਹੋ ਸਕਦੇ ਹੋ, ਤੁਸੀਂ ਮੁਕਤ ਹੋ ਸਕਦੇ ਹੋ? ਨਹੀਂ ਹੋ ਸਕਦੇ, ਕਿਉਂਕਿ ਸੱਚੇ ਸ਼ਬਦ ਤੋਂ ਬਿਨਾਂ ਕੋਈ ਮੁਕਤ ਨਹੀਂ ਹੋ ਸਕਦਾ। ਕੀ ਸਵਾਲ ਕੀਤਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਜੋਗੀਆਂ ਨੂੰ? ਕੀ ਕਿਹਾ ਕਿ ਆਪ ਅਵਿਆ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਈ। ਕਹਿੰਦੇ ਸੱਚੇ ਸ਼ਬਦ ਤੋਂ ਬਿਨਾਂ ਮੁਕਤ ਨਹੀਂ ਹੋ ਸਕਦੇ, ਸੱਚ ਨੂੰ ਜਾਣ ਨਹੀਂ ਸਕਦੇ, ਸੁੱਚੇ ਨਹੀਂ ਹੋ ਸਕਦੇ, ਕਿਉਂਕਿ ਸੁੱਚੇ ਤੋਂ ਬਿਨਾਂ ਸੱਚ ਨੂੰ ਅਸੀਂ ਮਿਲ ਨਹੀਂ ਸਕਦੇ। ਸੱਚ ਨੂੰ ਤਾਂ ਧਿਆਇਆ ਜਾ ਸਕਦਾ ਜੇ ਪਹਿਲਾਂ ਸੁੱਚੇ ਹੋਵਾਂਗੇ। ਜਿਵੇਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਮਝਾ ਰਹੇ ਅਸਾ ਦੀ ਵਾਰ ਦੇ ਵਿੱਚ, ਕਹੋ ਨਾਨਕ ਸੱਚ ਧਿਆਈਐ, ਸੁੱਚ ਹੋਵੇ ਤਾਂ ਸੱਚ ਪਾਈਐ। ਸੁੱਚੇ ਹੋਵਾਂਗੇ ਤਾਂ ਸੱਚ ਨੂੰ ਪਾਇਆ ਜਾ ਸਕਦਾ ਹੈ। ਹੁਣ ਸਤਿਗੁਰ ਸਮਝਾਉਣ ਲੱਗੇ ਕਿ ਕਿਵੇਂ ਅਸੀਂ ਸੁੱਚੇ ਹੋ ਸਕਦੇ ਹਾਂ, ਕਿਹਨਾਂ ਦੇ ਕੋਲ ਸੱਚ ਹੈ, ਕਿਵੇਂ ਸਾਨੂੰ ਸੱਚੇ ਸ਼ਬਦ ਦੁਆਰਾ ਸੁੱਚੇ ਕਰ ਸਕਦੇ ਹਨ। ਹੁਣ ਸਤਿਗੁਰ ਸਮਝਾਉਂਦੇ ਹਨ
कि सभा बैठ गई। उधर जोगी सी, उधर गुरु नानक साहब जी महाराज सन। ते ये जकारा मालिक दा करना सी, क्योंकि सिलसिला विचार किसदी करनी सी? उस प्रभु दी, निरंकार दी, उस जिसनों उसकी रह रस भी कहा, उसकी सिलसिला मालिक दी। ते समझाते हैं सतगुरु जी कि जो इस सभा बैठी ते रह रस होने लगी उस मालिक की अपर अपार दी। सिद्ध सभा कर आसन बैठे, संत सभा जयकारो, तिस आगे रह रस हमारी साचा अपर अपारो। एक पासे गुरु नानक साहब जी महाराज ते एक पासे जोगी, एक सभा जुड़ी जिथे फिर उस अपर अपार मालिक की विचार शुरू हुई, रह रस शुरू हुई। ते गुरु नानक साहब जी समझाउण लगे कि जे असीं सच होना है, सच नूं पाउणा है, तां फिर संत जनां नूं मिल के सच नूं पाया जा सकदा है। सहज नूं पाउणा पैंदा है। सहज चौथे पद दा संत जन ज्ञान देंदे, उत्थे दा जस सानूं सुणाउंदे हन, पर इस वास्ते सानूं अपना ज्ञान छड्डना पैंदा है, तन मन तन सौंपना पैंदा है। जिस बारे सतगुरु समझाउंदे, मस्तक काट तरी तिस आगै, तन मन आगै दिओ, नानक संत मिलै सच पाइयै, सहज पाए जस लिओ। कहते संतां नूं मिल के सच नूं पाया जा सकता है, पर जे असीं सहज दा ज्ञान लेवांगे, चौथे पद विच किवें वसना है, किवें मन नूं धोना है, किवें सोचा करना है, वो सानूं दसदे, किवें निर्मल करना है। अपनी मत छड्ड के उन्हां दी मत द्वारा चलदे हां ते असीं भी सच नूं पा सकदे हां। गुरु नानक साहब जी महाराज नूं जोगी सवाल करन लगे कि तुसी पहला सानू ये दसो भी तुसी कौन हो, तुहाडा नाम की है, तुसी कित्थों आए हो, कित्थे रहिंदे हो, कवन तुम्हें क्या नाम तुम्हारा, कौन मार्ग कौन सा, तुहाडा मनोरथ की है, तुहाडा मार्ग की है। साच कहो अरदास स्वामी, हुण संत जना बल जाओ। कि सच तो यह है कि असीं तुहाडे तो बलिहारे जांदे, क्योंकि तुहाडी जो विचार है बड़ी उत्तम है। असीं तुहाडे तो बलिहारे जांदे हो, पर सानू अपना परिचय कराओ कि तुसीं कौन हो, तुहाडा नाम की है, तुसीं कित्थों आए हो, तुहाडा मार्ग की है, मनोरथ की है। तो फिर गुरु नानक साहब जी महाराज दसन लगे ते सवाल किया होर अगे, कह बैसो कह रही है बाले का, आवो कह जाओ। कि कित्थे तुसीं वसदे, कित्थे रहंदे हो, कित्थों आउंदे हो ते कित्थे जांदे हो। ते बाला क्योंकि गुरु नानक साहब जी थोड़ी उम्र के सन ते जोगी वड्डी उम्र के सन, इस करके बाला कह के संबोधन करते सी गुरु नानक साहब जी महाराज नूं। नानक बोले सुन बैरागी क्या तुम्हारा राह, कि तुसीं बैरागी लगदे हो, तुहाडा रस्ता की है, ये सानू दसन की कृपालता करो, साडी बेनती है। तो गुरु नानक साहब जी सवाल का जवाब देने लगे, घट घट बहस निरंतर रही है, चल है सतगुर पाए। कहते असीं तो सारिਆਂ 'ਚ वसदे हाँ, क्योंकि जोत सारिਆਂ ਦੇ ਵਿੱਚ एक ही है, उस मालिक की जो आप हरि गुरु नानक साहब जी के शरीर ਦੇ ਵਿੱਚ वसदे सी, जो आप ही मालिक सी, ਤੇ ਉਹ जोत ਸਾਡੇ ਸਾਰਿਆਂ ਦੇ ਅੰਦਰ है। इस करके कहते ਅਸੀਂ तो सारिਆਂ ਦੇ अंदर वसदे हाँ, घट घट ਵਿੱਚ वसदे हाँ। चल है सतगुर पाए, ते असीं चलदे हाँ सतगुर दे भाणे दे विच, असीं सच दा ज्ञान देण वास्ते इत्थे आए हाँ। असीं आउंदे हाँ चौथे पद दे विचों, सहज दे विचों, सहजे आए, हुक्म सिधाए, हुक्म दे विच आउंदे हाँ, हुक्म दा ज्ञान देंदे हाँ। नानक सदा रजाए ते सदा रजा दे विच ही रहिंदे परमेश्वर दी। आसन बैसन थिर नारायण, ऐसी गुरमत पाए। ते साडा आसन है, साडा वासा है, जिथे आप मालिक बसदा है, थिर घर दे विच, जिथे आप नारायण वसदा है, असीं उहदे विच ही वसदे, उत्थों ही असीं आउंदे हां। ऐसी गुरमत पाए, क्योंकि सानू ये मत दिती है, उत्थों मालिक ने ये मत दे के आप सानू चला रहा, क्योंकि असीं उहदे हुक्म दे विच रहिंदे हां।
ਗੁਰਮੁਖ ਬੁਝੇ ਆਪ ਪਛਾਣ, ਸੱਚ ਹੈ ਸਤ ਸਮਾਏ। ਇੱਦਾਂ ਬਾਰੇ ਕਹਿੰਦੇ ਜਿਹੜੇ ਬੁੱਝ ਲੈਂਦੇ, ਜਿਹੜੇ ਗੁਰਮੁਖ ਹਨ, ਆਪਣੇ ਆਪ ਨੂੰ ਬੁੱਝ ਲੈਂਦੇ, ਆਪਣੇ ਆਪ ਨੂੰ ਪਹਿਚਾਣ ਲੈਂਦੇ ਤੇ ਸੱਚ ਦੇ ਵਿੱਚ ਸਮਾ ਜਾਂਦੇ, ਉੱਥੇ ਵਸ ਜਾਂਦੇ ਜਿੱਥੇ ਆਪ ਮਾਲਕ ਵਸਦਾ ਹੈ। ਤੇ ਹੁਣ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਵਾਲ ਕੀਤਾ ਯੋਗੀਆਂ ਨੂੰ ਕਿ ਇਹ ਜੋ ਸੰਸਾਰ ਸਾਗਰ ਹੈ, ਇਸ ਨੂੰ ਕਿਵੇਂ ਪਾਰ ਕਰ ਸਕਦੇ ਹਾਂ? ਦੁਨੀਆ ਸਾਗਰ ਉਤਰ ਕਹੀਏ, ਇਹ ਜੋ ਦੂਜਾ ਸੰਸਾਰ ਸਾਗਰ ਹੈ, ਭਵ ਸਾਗਰ ਹੈ, ਦੁਨੀਆ ਹੈ, ਸੰਸਾਰ ਹੈ, ਤੂੰ ਕਰ ਪਾਈਏ ਪਾਰੋ। ਇਹਨੂੰ ਕਿਵੇਂ ਪਾਰ ਕੀਤਾ ਜਾ ਸਕਦਾ ਹੈ? ਕਿਉਂਕਿ ਜਦ ਤੱਕ ਸੰਸਾਰ ਸਾਗਰ ਪਾਰ ਨਹੀਂ ਕਰਦੇ ਤੇ ਪ੍ਰਭੂ ਨੂੰ ਨਹੀਂ ਮਿਲ ਸਕਦੇ। ਇਸ ਕਰਕੇ ਕਿਵੇਂ ਪਾਰ ਹੋਵੇਗਾ? ਚਰਪਟ ਬੋਲੇ ਉਦੋਂ ਨਾਨਕ ਦਿਓ ਸੱਚਾ ਵਿਚਾਰੋ। ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਚਰਪਟ ਤੇ ਉਦੋਂ ਨੂੰ ਪੁੱਛਿਆ, ਸਵਾਲ ਕੀਤਾ ਕਿ ਦੱਸੋ ਕਿਵੇਂ ਪਾਰ ਕੀਤਾ ਜਾ ਸਕਦਾ ਹੈ? ਤੇ ਫਿਰ ਚਰਪਟ ਤੇ ਉਦੋਂ ਕੀ ਕਹਿਣ ਲੱਗੇ ਕਿ ਤੁਸੀਂ ਜੋ ਆਖ ਸਵਾਲ ਕੀਤਾ ਇਹ ਤਾਂ ਤੁਸੀਂ ਸਮਝ ਸਕਦੇ ਹੋ, ਆਪੇ ਆਖੈ ਆਪੇ ਸਮਝੈ, ਤਿਸ ਕਾ ਉੱਤਰ ਦੀਜੈ। ਕਿ ਅਸੀਂ ਤੁਹਾਡਾ ਉੱਤਰ ਨਹੀਂ ਦੇ ਸਕਦੇ ਤੁਹਾਡੇ ਸਵਾਲ ਦਾ, ਕਿਉਂਕਿ ਸਾਨੂੰ ਤਾਂ ਪਤਾ ਨਹੀਂ। ਸਾਚ ਕਹੋ ਤੁਮ ਪਾਰਗ੍ਰਾਮੀ ਤੁਝ ਕੈ ਬੈਸਨ ਦੀਜੈ। ਕਹਿੰਦੇ ਤੁਸੀਂ ਤਾਂ ਪਾਰਗ੍ਰਾਮੀ ਹੋ, ਤੁਸੀਂ ਤਾਂ ਜਾਣੀ ਜਾਣ ਹੋ, ਇਸ ਕਰਕੇ ਅਸੀਂ ਤੁਹਾਡੇ ਨਾਲ ਬੈਸਣ ਨਹੀਂ ਹੈ। ਅਸੀਂ ਤੁਹਾਡੇ ਨਾਲ ਅਸੀਂ ਤਾਂ ਕਿਰਪਾ ਕਰਕੇ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ। ਜੋ ਤੁਸੀਂ ਸਵਾਲ ਕੀਤਾ ਤੁਸੀਂ ਹੀ ਸਾਨੂੰ ਇਹਦਾ ਉੱਤਰ ਵੀ ਦਿਓ, ਕਿਉਂਕਿ ਤੁਸੀਂ ਜਾਣਦੇ ਹੋ। ਅਸੀਂ ਤੁਹਾਡੇ ਨਾਲ ਬਹਿਸ ਨਹੀਂ ਸਕਦੇ। ਤੇ ਗੁਰੂ ਨਾਨਕ ਸਾਹਿਬ ਜੀ ਇਸ ਸਵਾਲ ਦਾ ਜਵਾਬ ਵੀ ਦੇਣ ਲੱਗੇ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਾ ਸਾਣੇ। ਕਹਿੰਦੇ ਜਿਵੇਂ ਪਾਣੀ ਦੇ ਵਿੱਚ ਕਮਲ ਦਾ ਫੁੱਲ ਹੈ ਜਿਹੜਾ ਨਿਰਾਲਮ ਰਹਿੰਦਾ ਹੈ, ਨਿਰਲੇਪ ਰਹਿੰਦਾ ਹੈ, ਪਾਣੀ ਤੋਂ ਉੱਤੇ ਵਸਦਾ ਹੈ, ਚਿੱਕੜ ਤੋਂ ਉੱਤੇ ਵਸਦਾ ਹੈ। ਮੁਰਗਾਈ ਨਾ ਸਾਣੇ, ਐਦਾ ਮੁਰਗਾ ਵੀ ਪਾਣੀ ਦੇ ਵਿੱਚ ਉੱਤੇ ਤਿਰਦੀ ਹੈ, ਪਾਣੀ ਦੇ ਵਿੱਚ ਭਿੱਜਦੀ ਨਹੀਂ, ਡੁੱਬਦੀ ਨਹੀਂ ਤੇ ਪਾਣੀ ਦੇ ਉੱਤੇ ਤਰਦੀ ਹੈ। ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਬਖਾਨੇ। ਏਦਾਂ ਹੀ ਮਹਾਰਾਜ ਕਹਿੰਦੇ ਇਹ ਸੁਰਤੀ ਨੂੰ ਸ਼ਬਦ ਦੁਆਰਾ ਭਵ ਸਾਗਰ ਨੂੰ ਤਰਿਆ ਜਾ ਸਕਦਾ ਹੈ, ਕਿਉਂਕਿ ਸੁਰਤੀ ਚੇਲਾ ਬਣਦੀ ਤੇ ਸ਼ਬਦ ਗੁਰ ਬਣਦਾ ਹੈ। ਪਰ ਜਦੋਂ ਉਹ ਗੁਰਮੁਖ ਜਿਵੇਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹ ਗਿਆਨ ਦਿੰਦੇ ਸੀ, ਸ਼ਬਦ ਦਿੰਦੇ ਸੀ, ਜਿਸ ਸ਼ਬਦ ਦੁਆਰਾ ਸੁਰਤੀ ਨੂੰ ਤਾਰਦੇ ਸੀ, ਉਦੋਂ ਹੀ ਤਰਦੀ ਜਦੋਂ ਇਹ ਦਿੱਤਾ ਜਾਂਦਾ ਹੈ ਗੁਰਮੁਖਾਂ ਵੱਲੋਂ। ਰਹੇ ਇਕਾਂਤ ਇੱਕੋ ਮਨ ਵਸਿਆ ਆਸਾ ਮਾਹਿ ਨਿਰਾਸੋ। ਕੌਣ ਦਿੰਦੇ? ਮਹਾਰਾਜ ਕਹਿੰਦੇ ਜਿਹੜੇ ਇਕਾਂਤ ਦੇ ਵਿੱਚ ਚੌਥੇ ਭਾਗ ਵਿੱਚ ਜਿੱਥੇ ਪ੍ਰਕਾਸ਼ ਹੀ ਪ੍ਰਕਾਸ਼ ਹੈ, ਉੱਥੇ ਮਨ ਵਸਿਆ ਰਹਿੰਦਾ ਹੈ, ਜਿੱਥੇ ਆਸ਼ਾ ਨਹੀਂ ਕੋਈ, ਨਿਰਾਸ਼ਾ ਦੇ ਵਿੱਚ ਰਹਿੰਦਾ ਹੈ। ਅਗਮ ਅਗੋਚਰ ਦੇਖ ਦਿਖਾਏ ਨਾਨਕ ਤਾਕਾ ਦੱਸੋ। ਕਹਿੰਦੇ ਐਸੇ ਜੀਵ ਜਿਹੜੇ ਆਪ ਉਸ ਅਗਮ ਅਗੋਚਰ ਮਾਲਕ ਨੂੰ ਦੇਖਦੇ ਹਨ ਤੇ ਦੂਜਿਆਂ ਨੂੰ ਦਿਖਾਉਂਦੇ ਹਨ, ਉਹਨਾਂ ਦੇ ਦਾਸ ਬਣ ਕੇ ਅਸੀਂ ਮਾਲਕ ਨੂੰ ਦੇਖ ਸਕਦੇ, ਅਸੀਂ ਭਵ ਸਾਗਰ ਨੂੰ ਤਰ ਸਕਦੇ ਹਾਂ। ਸੁਣ ਸੁਆਮੀ ਅਰਦਾਸ ਹਮਾਰੀ, ਪੁੱਛੋ ਸੱਚ ਵਿਚਾਰੋ, ਰੋਸ ਨ ਕੀਜੈ ਉੱਤਰ ਦੀਜੈ, ਕਿਉਂ ਪਾਈਐ ਗੁਰਦੁਆਰੋ। ਹੁਣ ਜੋਗੀਆਂ ਨੇ ਫਿਰ ਸਵਾਲ ਕੀਤਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਡਰਦਿਆਂ ਨੇ ਕਿ ਅਸੀਂ ਉਹਨਾਂ ਦੇ ਸਵਾਲ ਦਾ ਜਵਾਬ ਨਹੀਂ ਦਿੱਤਾ, ਕਿਤੇ ਗੁਰੂ ਨਾਨਕ ਸਾਹਿਬ ਜੀ ਰੋਸ ਹੀ ਨਾ ਕਰਨ ਵੀ ਮੈਨੂੰ ਸਵਾਲ ਕਰੀ ਜਾਂਦੇ ਤੇ ਮੇਰੇ ਸਵਾਲ ਦਾ ਉੱਤਰ ਨਹੀਂ ਦਿੰਦੇ। ਇਸ ਕਰਕੇ ਉਹਨਾਂ ਫਿਰ ਕਿਹਾ ਵੀ ਸਾਨੂੰ ਰੋਸ ਨਾ ਕਰਿਓ, ਸਾਨੂੰ ਉੱਤਰ ਦਿਓ ਸਾਡੇ ਸਵਾਲ ਦਾ ਸੱਚੇ, ਕਿਉਂਕਿ ਅਸੀਂ ਤੁਹਾਨੂੰ ਉਹ ਪੁੱਛਦੇ ਹਾਂ ਕਿ ਜੋ ਗੁਰਦੁਆਰਾ ਹੈ ਜਿੱਥੋਂ ਸਾਡਾ ਘਰ ਸ਼ੁਰੂ ਹੁੰਦਾ ਹੈ, ਕਿ ਉਸ ਨੂੰ ਕਿਵੇਂ ਪਾਇਆ ਜਾਂਦਾ ਹੈ। ਤੇ ਹੁਣ ਸਤਿਗੁਰੂ ਸਮਝਾਉਂਦੇ, ਇਹ ਮਨ ਜਲ ਤੋਂ ਸੱਚ ਕਰ ਵੈਸੈ ਨਾਨਕ ਨਾਮ ਆਧਾਰ। ਕਹਿੰਦੇ ਸਾਡਾ ਮਨ ਜਦੋਂ ਸਾਨੂੰ ਗੁਰ ਦਿੰਦੇ, ਨਾਮ ਦਾ ਗਿਆਨ ਦਿੰਦੇ, ਉਸ ਗੁਰ ਨੂੰ ਆਧਾਰ ਬਣਾ ਕੇ ਸਾਡਾ ਮਨ ਸੱਚੇ ਘਰ ਵਿੱਚ ਵਸ ਜਾਂਦਾ ਹੈ, ਦਸਾਂ ਦਿਸ਼ਾਵਾਂ ਨੂੰ ਧਾਰਨਾ ਵਿੱਚ ਜਾਂਦਾ ਹੈ। ਜਦੋਂ ਉਸ ਦਰ ਤੇ ਜੋ ਗੁਰ ਦਾ ਦੁਆਰ ਹੈ ਉੱਥੇ ਵਸਦੇ ਹਾਂ, ਜੋ ਸੱਚਾ ਘਰ ਹੈ, ਉੱਥੇ ਫਿਰ ਆਪ ਹੀ ਸਾਨੂੰ ਮਿਲਾ ਲੈਂਦਾ ਹੈ, ਆਪੇ ਮੇਲ ਮਿਲਾਏ ਕਰਦਾ ਲਾਗੇ ਸੱਚ ਪਿਆਰ। ਕਹਿੰਦੇ ਆਪ ਸਾਨੂੰ ਮਿਲਾ ਲੈਂਦਾ, ਆਪ ਪ੍ਰਗਟ ਹੋ ਜਾਂਦਾ, ਆਪ ਸਾਡਾ ਸੱਚ ਦੇ ਨਾਲ ਪਿਆਰ ਪੈ ਜਾਂਦਾ ਹੈ। ਹੁਣ ਜੋਗੀਆਂ ਨੂੰ ਪਤਾ ਤਾਂ ਹੈ ਨਹੀਂ ਸੀ, ਇਸ ਕਰਕੇ ਉਹਨਾਂ ਨੇ ਕਿਹਾ ਵੀ ਪਤਾ ਨਹੀਂ ਕਿਹੜੇ ਆਪਣੇ ਘਰਾਂ ਦੀ ਗੱਲ ਕਰਦੇ। ਤੇ ਉਹ ਕਹਿੰਦੇ ਵੀ ਅਸੀਂ ਤਾਂ ਰਹਿੰਦੇ ਹੀ ਹਾਟੀ ਵਾਟੀ ਰਹੇ ਨਿਰਾਲੇ, ਰੂਖ ਬਿਰਖ ਉਦਿਆਨੇ।
कंद मूल आहारो खाइए उदू बोले ज्ञाने। उदू कहता भी असी तो घर नहीं रहते, असी तो हाटी बाटी रहते हाँ, क्योंकि निराले हाँ। तो साडा भोजन भी रुखां बिरखां दे जंगलों च रह के कंद मूल खा के खाना ही साडा भोजन है। तीर्थ नहाइए सुख फल पाइए, मैल न लागे कई। तो असी तीर्थां ते शरीरां नूं धो लेंदे, नहा लेंदे हाँ, मैल नहीं लगती है। गोरख पूतलो हरीपा बोले जोग जुगत विद साई। ते जिहड़ा गोरख दा पुत्र हरीपा सी वो कहंदा भी यही असली जुगती है जोग दी। ते हुण गुरु नानक साहब जी समझाउण लगे, हाटी बाटी नींद न आवे पर कर चित न डुलाई। कहंदे महाराज समझाउंदे, कहंदे ना तो हाटी बाटियां ते नींद आउंदी जद तक अपने घर च नहीं बसदे, ते ना ही पर घर दे विच चित साडा टिका विच आ सकदा है, डोलदा है। क्योंकि ये शरीर जिहड़ा है एक पराया घर है, साडा सच्चा घर है, साडा निज महल है। बिन ना आवे मन टेक न टिकी, नानक भूख न जाए। ना कहंदे महाराज, कहंदे नाम तो बिना मन टिका आ सकदा है, ते ना मन दी भुख दूर हो सकती है। हाट पटन कर गुरु दिखाया, सहजे सच व्यापारो। तो मतलब कहते वो घर जिहड़ा गुरु दिखाउंदा है, जिथे सहज है, सच्चा व्यापार है, वो असली साडा हाट पटन है, वो असली घर है। कंडत निंद्रा अल्पहार नानक तत् विचारो। मतलब कहते वो तत्त दी विचार द्वारा फिर साडे मन नूं जिहड़ी निंद्रा है, जिहड़ा इत्थे दा हंकार है, निंद्रा मन सुता पिया है मोह माया दे विच, ये फिर इहदी खंडत हुंदी है जदों गुरु सच्चा कर दिखाउंदा है, तत्त दी विचार देंदा है। ते फिर साडे मन दा जिहड़ा असली भोजन है, जो नाम है अल्प आहार, अल्प भोजन है साडा आहार है, जिहड़ी मन दी नाम है, फिर सानू एक मन दा भोजन मिलदा है, जिथे मन दी भुख दूर हुंदी है। दर्शन पेख करो जोगिंद्रा मुद्रा चोली खिंथा। ते जोगिंद्र नां दा एक जोगी सी, ते गुरु नानक साहब जी उन्हां नूं कहण लगे कि तुसीं भी दर्शनां दा पेख बनाओ, तुसीं भी ये ज्ञान दी जिहड़ी मुद्रा है इहदे वास्ते चोली पाओ, ना कि तुसीं संसारी चीज़ां मंगण तुर पैंदे चोलियां पा के। भी चोली तां पाओ तुसीं, पर गुरु दे ज्ञान दी मुद्रा दी। 12 अंतर एक सरे वोखड़ दर्शन एक पंथा। कहते एक पंथा एक रस्ता है, वो रस्ते ते चल के प्रभु दे दर्शनां नूं कर पाओ, ते एक दी सेवा करो 12 महीने। ये नहीं तुसीं कदे किते चले गए, किसी महीने किते चले गए, 12 दे विच जोगी फरमाउंदे हन। इस करके कहते एक दी ही सेवा करनी है। इन विद्वान समझाइए पुरखा बहुत चोट ना खाइए। ऐदा कहते फिर मन नूं सोझी आउंदी है, फिर दोबारा चोटां नहीं खाणियां पैंदियां, जन्म मरण दे विच नहीं जाना पैंदा, जमा दी मार नहीं चलनी पैंदी। नानक बोले गुरमुख पूजै चोग जुगत पाइए। ते गुरु साहब कहते भी जिहड़े गुरमुख हन, जिहड़े वो फिर सानू ज्ञान देंदे, जिहड़े उन्हां तो सुन के बुझ लैंदे, इदां फिर जोग हुंदा है मालक दे नाल। जोग दी जुगती उत्थों मिलदी है सानू गुरमुखां दे कोलों। अंतर शब्द निरंतर मुद्रा हौम में ममता दूर करी। जो शब्द नूं असीं मन विच वसा लिया ते साडे कंन विच ये मुद्रा है, जिवें जोगी मुद्रा पा लैंदे कंनां दे विच, पाउणी सी गुरु दे ज्ञान दी, ते जोगी ਕੰਨ ਪਾੜ ਕੇ ਦੂਜੀਆਂ ਮੁਦਰਾ ਪਾ ਲੈਂਦੇ। ਪਰ ਕਹਿੰਦੇ ਅਸਲੀ ਮੁਦਰਾ ਹੈ ਗਿਆਨ ਦੀ। ਜੇ ਤੁਸੀਂ ਗਿਆਨ ਲੈ ਕੇ ਮਨ ਵਿੱਚ ਵਸਾ ਲਿਆ ਤੇ ਲਗਾਤਾਰ ਤੁਹਾਡੇ ਮਨ ਵਿੱਚ ਇਹ ਮੁਦਰਾ ਹੈ, ਜਿਹਦੇ ਦੁਆਰਾ ਫਿਰ ਹਉਮੈ ਹੈ ਜਿਹੜੀ ਖਤਮ ਹੋ ਜਾਂਦੀ ਹੈ, ਮਮਤਾ ਵੀ ਸਾਡੇ ਅੰਦਰੋਂ ਖਤਮ ਹੋ ਜਾਂਦੀ ਹੈ। ਕਾਮ ਕ੍ਰੋਧ ਅਹੰਕਾਰ ਨਿਵਾਰੈ ਗੁਰ ਕੈ ਸ਼ਬਦ। ਕਹਿੰਦੇ ਗੁਰੂ ਦੇ ਸ਼ਬਦ ਦੁਆਰਾ ਜਦੋਂ ਸੋਝੀ ਆ ਜਾਂਦੀ ਹੈ, ਗੁਰੂ ਦਾ ਗਿਆਨ ਮਨ ਵਿੱਚ ਵਸ ਜਾਂਦਾ ਹੈ, फिर काम क्रोध अहंकार भी खत्म हो जाते, हौमੈ ममता भी दूर हो जाती है। फिर चोली भरपूर रहे नानक सारे फिर दोबारा सानू चोली चक के नहीं जाना, फिर खैर लै जाती ज्ञान दी। आप मालक फिर सानू तारदा है। साचा साहब साची नाई परख गुर की बात खरी। कहते पूरे गुरु की जिहड़ी बात है खरी बात है, ਉਹਨੂੰ ਅਸੀਂ ਪਰਖ ਲਈਏ, ਮਨ ਵਿੱਚ ਵਸਾ ਲਈਏ, ਉਹ ਹੀ ਸੱਚੇ ਸਾਹਿਬ ਦਾ
सच्चा नाम है वो आप फिर सानू तारता है, जिहड़ी गुर दा ज्ञान है। ऊंधू खपर पंच को टोपी। महाराज कहते की हालत है, ये साडा जिहड़ा शरीर है, पंच भूतां दा शरीर है, ते मन पुट्ठा टोपी दी ते न्याई है, ऊंधा है। जिवें कमल दा फुल ऊंधा हुंदा, खिलिया नहीं, ये हालत साडे मन दी है। काया कड़ासन मन जागोती। हुण जिहड़ा मन ऊंधू होया है, इस करके मन नूं जगाना, क्योंकि तन दे नाल जुड़े हाँ। तन महाराज कहते तन तो कूड़ है, झूठ है, इस तो नासवान है। परमेश्वर दे नाल तां मन ने जुड़ना है। वो मन जिहड़ा ऊंधू खप्पर दी न्याई है, मुद्दा है। कवन सुभाव है, सब संतोख संजम है नाल, नानक गुरमुख नाम समान। इस करके महाराज कहते साडे नाल ही सारा कुछ वसदा है, सच भी संतोख भी सारा साडे नाल वसदा है। पर तां ही सानूं सोझी आउंदी जदों असीं गुरमुखां तो लैके गुर नाम नूं संभाल लैंदे हां, ते सानूं पता लगता है भी ये जिहड़ा शरीर है साडा ये गुर है। असली मन जो साडा ऊंधू है, वो फिर कमल दे फुल दी न्याई खिड़दा है। थोड़ा जिहा सवाल करन लगे जोगी कवन तो गुप्ता कवन तो मुक्ता, कवन तो अंतर बाहर जुगता। कहते गुप्त कौन होया है ते मुक्त किवें होया जांदा है, ते किहड़ी जुगती है उस मालिक नूं जान। कवन सो आवे कवन सो जाए, कवन तो सिर पवन रहा समाए। कौन आवन जावन दे विच है ते किहड़ा सिर पवन दे विच समाया है। जवाब देंदे कहते घट घट गुप्ता, जो परमेश्वर है सारे दे अंदर गुप्त है। गुरमुख मुक्ता, पर जिहड़े गुरमुख हैं उन्होंने ने उसनूं जान लिया, प्रगट हो गए, इस करके वो मुक्त हैं। जिन्हों ने जान लिया प्रगट हो गया वो मुक्त हैं गुरमुख, लेकिन वसदा सारे दे अंदर है गुप्त। अंतर बाहर शब्द संयुक्ता, जे असी जानना है प्रभु नूं, पहला अंदर जानना है फिर बाहर जानना है। पर वो एक शब्द है जिस शब्द द्वारा असी जान सकते, जो जुगती है गुर है। मनमुख बिनस आवे जाए, कहते जिहड़े मनमुख हैं वो बिनस दे आवन जावन दे विच हन। नानक गुरमुख साथ समाए, जिहड़े गुरमुख हैं वो सच समाए हैं, सच हर थां ते मौजूद है। इस करके सच दे विच गुरमुख समाउंदे ते मनमुख आवन जावन दे विच हन। अगे फिर सवाल कर दिता, क्यों कर बाधा सरपन खादा। कहते क्यों बंधना दे विच पिया, क्यों ये माया है, सरपन माया नूं क्या है, क्यों माया इस नूं बंधना दे विच पा के खा रही है, सारे संसार नूं खा रही है। महाराज समझाउंदे हन, माया होई नागनी रही जगत लपटाए, जो इसकी सेवा करे किसी नूं फिर खाए। ये ममता मोनी जिन बिन दंता जग खाया। ये माया जिहड़ी मोनी है ये बिना दंदा तो संसार नूं खा रही है। ते इत्थे सवाल किया कि क्यों खा रही है, सरपन क्यों खा रहा है, क्यों कर खोया, क्यों कर लादा, किवें खोया, किस करके खोया है, किवें लभ्या जा सकता है मालिक नूं जो गुप्त है। क्यों कर निर्मल, क्यों कर अंधियारा, क्यों ये अज्ञानता दे अंधेरे विच है, ते किवें ये निर्मल हो सकता है। ये तत्त विचार है सो गुरु हमारा, ये जिहड़ा तत्त दी विचार करता है वो साडा गुरु है, जिहड़ा ये तत्त दी विचार करे। गुरु नानक साहब जी दसन लगे दुरमत बाधा, कहते इन्हें दुरमत दे विच चलदा है, अपनी मत द्वारा पंजा दा संग कीता, गुर दी मत नहीं ले, इस करके बंधना दे विच है, सरपन खाता, इस करके माया इस नूं खा रही है। मनमुख खोया गुरमुख लादा, कहते ये मनमुख जिहड़े वो खोए हैं वो मालिक नूं तो विछड़े, इस करके उन्होंने माया खा रही। जिहड़े गुरमुख हैं उन्होंने मालिक नूं लभ लिया है, जान लिया है, बुझ लिया है। सतगुर मिले अंधेरा जाए, नानक हम मेर समाए। इदां महाराज कहते जिहड़े गुरमुख हैं उन्हां नूं मिल के उन्हां तो गुर लैण दे नाल जिहड़ा अज्ञानता दा अंधेरा दूर हो जाता है, ते मन की जिहड़ी हौमे खत्म हो जाती। इस करके मन फिर हौमे तो
ਪ੍ਰਕਾਸ਼ ਹੋ ਜਾਂਦਾ, ਸਥੂਲ ਤੋਂ ਪ੍ਰਕਾਸ਼ ਹੋ ਜਾਂਦਾ ਤੇ ਪ੍ਰਕਾਸ਼ ਪ੍ਰਕਾਸ਼ ਦੇ ਵਿੱਚ ਸਮਾਉਂਦਾ ਹੈ। ਸੁਣ ਨਿਰੰਤਰ ਦੀ ਜੈ ਬੰਦ ਉਡੇ ਨਾ ਹੰਸਾ ਬੜੇ ਨਾ ਕੰਨ। ਮਤਲਬ ਕਹਿੰਦੇ ਜਦੋਂ ਲਗਾਤਾਰ ਅਸੀਂ ਸੁਣ ਦੇ ਵਿੱਚ ਵਸਣਾ ਸ਼ੁਰੂ ਕਰ ਦਿੰਦੇ ਹਾਂ, ਜੋ ਚੌਥੀ ਸੁਣ ਹੈ, ਤੇ ਨਾ ਮਨ ਸਾਡਾ ਮਨ ਸਾਡਾ ਚੌਥੀ ਸੁਣ ਚੋਂ ਉੱਡਦਾ ਹੈ, ਮਾਇਆ ਵੀ ਜਾਂਦਾ ਹੈ, ਤੇ ਨਾ ਦੁਬਾਰਾ ਜਿਹੜੀ ਇਹ ਦੀਵਾਰ ਖੜੀ ਹੈ ਹਉਮੈ ਦੀ ਸਾਡੇ ਤੇ ਮਾਲਕ ਵਿਚਾਲੇ, ਇਹ ਦੁਬਾਰਾ ਨਹੀਂ ਫਿਰ ਭਰਮ ਦਾ ਪੜਦਾ ਜਿਸਨੂੰ ਹਉਮੈ ਦੀ ਦੀਵਾਰ, ਇਹ ਸਾਡੇ ਅੱਗੇ ਦੁਬਾਰਾ ਨਹੀਂ ਆ ਸਕਦੀ ਜੇ ਅਸੀਂ ਲਗਾਤਾਰ ਸੁਣ ਦੇ ਵਾਸੀ ਬਣ ਜਾਈਏ, ਸੁਣ ਮੰਡਲ ਦੇ ਸੁਣ ਵਿੱਚ ਰਹਿਣਾ ਸ਼ੁਰੂ ਕਰ ਦਈਏ। ਸਹਿਜ ਗੁਫਾ ਕਰ ਜਾਣੇ ਸਾਚਾ, ਨਾਨਕ ਸਾਚੇ ਪਾਵੈ ਸੱਚ। ਅਰੇ ਕਹਿੰਦੇ ਆਪ ਮਾਲਕ ਕਿੱਥੇ ਵਸਦਾ ਹੈ? ਸਹਿਜ ਗੁਫਾ ਦੇ ਵਿੱਚ, ਜੋ ਸਾਨੂੰ ਇਹ ਸੰਸਾਰ ਪੈਦਾ ਕੀਤਾ ਆਪ ਸਹਿਜ ਗੁਫਾ ਵਿੱਚ, ਚੌਥਾ ਪਦ ਹੈ ਜੀ। ਤੇ ਮਹਾਰਾਜ ਕਹਿੰਦੇ ਜਿਹੜਾ ਉਸ ਮਾਲਕ ਨੂੰ ਪਾਉਂਦਾ ਹੈ, ਉਹ ਘਰ ਨੂੰ ਜਾਣ ਲਵੇ ਜਿੱਥੇ ਮਾਲਕ ਵਸਦਾ ਹੈ, ਉਹ ਫਿਰ ਮਾਲਕ ਨੂੰ ਪਾਉਂਦਾ ਹੈ। ਸਹਿਜ ਗੁਫਾ ਕਰ ਜਾਣੇ ਸੱਚਾ, ਨਾਨਕ ਸਾਚੇ ਪਾਵੈ ਸੱਚਾ। ਜਿਹੜਾ ਉਹ ਸੱਚ ਨੂੰ ਪਾ ਜਾਂਦਾ, ਉਹ ਸੱਚਾ ਹੈ, ਉਹ ਫਿਰ ਉਹ ਮਾਲਕ, ਉਹ ਜਿੱਥੇ ਆ ਵਸਦਾ ਉਸ ਨੂੰ ਫਿਰ ਜਾਣਦਾ ਹੈ, ਜਿੱਥੇ ਆਪ ਮਾਲਕ ਸਹਿਜ ਗੁਫਾ ਜਿਸ ਨੂੰ ਕਿਹਾ ਹੈ। ਹੁਣ ਫਿਰ ਸਵਾਲ ਕਰ ਦਿੱਤਾ ਜੋਗੀਆਂ ਨੇ, ਕਿਸ ਕਾਰਨ ਗ੍ਰਹਿ ਤਜੇ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ। ਕਹਿੰਦੇ ਕਿਹੜੇ ਕਾਰਨ ਕਰਕੇ ਤੁਸੀਂ ਇਹ ਭੇਖ ਕੀਤਾ ਹੈ, ਤੁਸੀਂ ਘਰ ਛੱਡਿਆ ਹੈ, ਉਦਾਸੀ ਤੇ ਚੱਲੇ ਹੋ। ਕਿਸ ਵਖਰ ਕੇ ਤੁਮ ਬੰਜਾਰੇ, ਕਿਉਂ ਘਰ ਸਾਥ ਲੰਘਾਵੋ ਪਾਰੇ। ਕਹਿੰਦੇ ਕਿਹੜਾ ਵਖਰ, ਕਿਹੜਾ ਖਜ਼ਾਨੇ ਦਾ ਵਪਾਰ ਕਰਦੇ ਹੋ ਤੁਸੀਂ, ਕਿਹੜੇ ਧਨ ਦਾ ਵਪਾਰ ਕਰਦੇ ਹੋ, ਤੇ ਕਿਉਂ ਤੁਸੀਂ ਦੂਜਿਆਂ ਨੂੰ ਇਹ ਪਾਰ ਲਿਖਾਉਂਦੇ ਹੋ। ਕਿਵੇਂ ਪਾਰ ਲਿਖਾਉਂਦੇ ਹੋ ਇਸ ਸੰਸਾਰ ਤੋਂ। ਉਹ ਦੱਸਦੇ ਕਹਿੰਦੇ ਗੁਰੂ ਨਾਨਕ ਸਾਹਿਬ ਸਵਾਲ ਦਾ ਜਵਾਬ ਦਿੰਦੇ, ਗੁਰਮੁਖ ਖੋਜਤ ਪਏ ਉਦਾਸੀ, ਦਰਸ਼ਨ ਕੇ ਤਾਈ ਭੇਖ ਨਿਵਾਸੀ। ਕਹਿੰਦੇ ਅਸੀਂ ਤਾਂ ਉਹਨਾਂ ਨੂੰ ਲੱਭਦੇ ਹਾਂ ਵੀ ਕੋਈ ਉਸ ਮਾਲਕ ਨੂੰ ਮਿਲਣ ਵਾਲਾ ਹੋਵੇ, ਉਸ ਪ੍ਰਭੂ ਦੇ ਦਰਸ਼ਨਾਂ ਵਾਸਤੇ ਕਿਸ ਦੇ ਅੰਦਰ ਚਾਹ ਹੋਵੇ, ਕਿਉਂਕਿ ਉਹਨਾਂ ਨੂੰ ਇਹ ਗਿਆਨ ਦੇਣਾ ਹੈ। ਇਸ ਕਰਕੇ ਕਹਿੰਦੇ ਉਦਾਸੀ ਕੀਤੀ ਹੈ। ਸਾਚ ਵਖਰ ਕੇ ਹਾਂ ਵਰਜ, ਸਾਡੇ ਕੋਲ ਜਿਹੜਾ ਵਰਜ ਹੈ, ਅਸੀਂ ਵਰਜ ਕੋਈ ਸੰਸਾਰੀ ਵਸਤਾਂ ਦਾ ਨਹੀਂ ਕਰਦੇ, ਸੱਚੇ ਧਨ ਦਾ ਵਪਾਰ ਕਰਦੇ ਹਾਂ। ਨਾਨਕ ਗੁਰਮੁਖ ਉਤਰਸ ਪਾਰੇ, ਜਿਹੜੇ ਇਹ ਗੁਰ ਲੈਂਦੇ, ਜਿਹੜੇ ਜੀਵ ਇਹ ਗਿਆਨ ਲੈਂਦੇ, ਉਹ ਪਾਰ ਹੋ ਜਾਂਦੇ ਹਨ। ਕਿਤ ਬਿਦ ਪੁਰਖਾ ਜਨਮ ਬਤਾਇਆ, ਕਾਹੇ ਕੋ ਤੁਝ ਇਹ ਮਨ ਲਾਇਆ। ਤੇ ਹੁਣ ਫਿਰ ਪੁੱਛਣ ਲੱਗੇ, ਕਹਿੰਦੇ ਤੁਸੀਂ ਕਿਵੇਂ ਆਪਣੇ ਜਨਮ ਨੂੰ ਬਦਲਿਆ ਹੈ, ਸਾਡੇ ਨਾਲੋਂ ਤੁਹਾਡੇ ਜੀਵਨ ਦਾ ਜੋ ਫਰਕ ਹੈ, ਕਿਵੇਂ ਬਦਲਿਆ ਹੈ ਤੁਸੀਂ ਆਪਣੇ ਜੀਵਨ ਨੂੰ, ਕਿਵੇਂ ਤੁਸੀਂ ਮਨ ਨੂੰ ਉਸ ਮਾਲਕ ਦੇ ਨਾਲ ਜੋੜਿਆ ਹੈ। ਕਿਤੇ ਵਿਦਾਸਾ ਮਨਸਾ ਖਾਈ, ਮਨ ਦੀਆਂ ਜਿਹੜੀਆਂ ਆਸ਼ਾਵਾਂ ਮਨਸਾਵਾਂ ਸੀ, ਕਿਵੇਂ ਤੁਸੀਂ ਖਤਮ ਕੀਤੀਆਂ, ਕਿਵੇਂ ਇਹਨਾਂ ਤੋਂ ਨਿਰਲੇਪ ਹੋਏ। ਕਿਤੇ ਵਿਦ ਜੋਤ ਨਿਰੰਤਰ ਪਈ, ਕਿਵੇਂ ਕਿਹੜੀ ਵਿਧੀ ਹੈ ਜਿਹਦੇ ਦੁਆਰਾ ਤੁਸੀਂ ਲਗਾਤਾਰ ਉਸ ਮਾਲਕ ਨੂੰ ਦੇਖ ਰਹੇ ਹੋ, ਤੁਹਾਡੇ ਮਨ ਵਿੱਚ ਆਪ ਜੋਤ ਨਿਰੰਤਰ ਵਸ ਰਹੀ ਹੈ। ਬਿਨ ਦੰਦਾਂ ਜੋ ਖਾਈਏ ਨਾਨਕ ਸਾਚਾ ਕਰੋ। ਕਹਿੰਦੇ ਬਿਨਾਂ ਦੰਦਾਂ ਤੋਂ ਭੋਜਨ ਕਿਵੇਂ ਖਾਇਆ ਜਾ ਸਕਦਾ ਹੈ, ਇਹ ਸਾਨੂੰ ਵਿਚਾਰ ਦੱਸੋ। ਕਿਉਂਕਿ ਆਪਾਂ ਤਾਂ ਖਾਂਦੇ ਹਾਂ ਮੁੱਖ ਦੁਆਰਾ ਹੀ, ਪਰ ਇਹ ਭੋਜਨ ਮਨ ਨੇ ਖਾਣਾ ਹੈ, ਮਨ ਦਾ ਭੋਜਨ ਹੈ। ਇਸ ਕਰਕੇ ਇਸ ਸਾਲ ਪੁੱਛਣ ਲੱਗੇ ਗੁਰੂ ਨਾਨਕ ਸਾਹਿਬ ਜੀ ਨੂੰ। ਹੁਣ ਗੁਰੂ ਨਾਨਕ ਸਾਹਿਬ ਜੀ ਉੱਤਰ ਦਿੰਦੇ, ਸਤਿਗੁਰ ਕਹਿੰਦੇ ਇਹ ਸਾਡਾ ਜਨਮ ਹੈ ਜਿਹੜਾ ਕੋਈ ਸੰਸਾਰ ਵਿੱਚ ਨਹੀਂ, ਸਤਿਗੁਰ ਦੇ ਘਰ ਵਿੱਚ ਹੈ। ਕਿਉਂਕਿ ਸਰੀਰ ਦਾ ਜਨਮ ਸੰਸਾਰ ਵਿੱਚ ਹੁੰਦਾ, ਮਾਤਾ ਦੀ ਗੱਲ ਤੋਂ, ਲੇਕਿਨ ਮਨ ਦਾ ਜਨਮ ਜਿਹੜਾ ਹੈ, ਜੋਤ ਦਾ ਜਨਮ ਹੈ, ਸਤਿਗੁਰੂ ਦੇ ਘਰ ਵਿੱਚ ਹੁੰਦਾ ਹੈ। ਗਿਆਨ ਲੈ ਕੇ ਗੁਰ ਪ੍ਰਸਾਦੀ ਸ਼ਿਵ ਦਾ ਕਹਿੰਦੇ ਉੱਥੇ ਜਨਮ ਹੋਇਆ ਹੈ ਸਾਡਾ, ਜਿੱਥੇ ਆਵਾਗਮਨ ਖਤਮ ਹੋ ਜਾਂਦਾ ਹੈ। ਚੌਥਾ ਪਦ ਅਨਹਤ ਰਾਤੇ ਇਹ ਮਤਲਬ, ਜਿੱਥੇ ਅਨਹਤ ਇਲਾਕਾ ਹੈ, ਜਿੱਥੇ ਪ੍ਰਕਾਸ਼ ਹੀ ਪ੍ਰਕਾਸ਼ ਹੈ, ਚੌਥਾ ਪਦ ਹੈ। ਕਹਿੰਦੇ ਉੱਥੇ ਅਸੀਂ ਆਪਣੇ ਮਨ ਨੂੰ ਲਾਇਆ ਹੈ। ਆਤਮਾ ਮਨਸਾ ਸ਼ਬਦ ਜਲਾਈ, ਉਸੇ ਸ਼ਬਦ ਨੇ ਗਿਆਨ ਨੇ, ਜਦੋਂ ਸਾਨੂੰ ਗਿਆਨ ਹੋ ਗਿਆ ਆਪਾ ਮਨ ਦਾ, ਤੇ ਫਿਰ ਆਤਮਾ ਮਨਸਾ ਸਾਡੀ ਆਪ ਹੀ ਖਤਮ ਹੋ ਗਈ। ਗੁਰਮੁਖ ਜੋਤ ਨਿਰੰਤਰ ਪਾਈ, ਏਦਾਂ ਕਹਿੰਦੇ ਫਿਰ ਨਿਰੰਤਰ ਜੋਤ ਮਨ ਵਿੱਚ ਵਸ ਜਾਂਦੀ ਹੈ, ਵਸ ਗਈ ਹੈ। ਤ੍ਰੈ ਗੁਣ ਮੇਟੇ ਖਾਈਏ ਸਾਰ, ਨਾਨਕ ਤਾਰੇ ਤਾਰਨ। ਪਰ ਇਹ ਜਿਹੜਾ ਭੋਜਨ ਮੰਨਦਾ ਹੈ, ਅੰਮ੍ਰਿਤ ਭੋਜਨ ਹੈ,
ਇਹ ਤਾਂ ਹੀ ਖਾ ਸਕਦੇ ਜੇ 3 ਗੁਣਾ ਤੋਂ ਉੱਤੇ ਉੱਠਾਂਗੇ। 3 ਗੁਣਾ ਦੇ ਵਿੱਚ ਇਹ ਭੋਜਨ ਨਹੀਂ ਹੈ। ਆਪ ਮਾਲਕ ਫਿਰ ਤਾਰਦਾ ਹੈ ਸਾਨੂੰ। ਆਦਿ ਕੋ ਕਵਣ ਵਿਚਾਰ ਕਥੀ ਹਲੇ ਸੁਣ ਕਹਾਂ ਕਰ ਵਾਸੋ। ਹੁਣ ਜਿਹੜਾ ਆਦਿ ਮਾਲਕ ਹੈ ਉਹਨੂੰ ਕਿਹੜੇ ਬਚਨ ਦੁਆਰਾ, ਕਿਹੜੀ ਵਿਚਾਰ ਦੁਆਰਾ ਕਥਿਆ ਜਾ ਸਕਦਾ ਹੈ, ਤੇ ਉਹ ਸੁਣ ਕੇ ਇੱਥੇ ਹੈ। ਇੰਨੀ ਵਿਚਾਰ ਕਰਦੇ ਹਾਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਬੇਨਤੀਆਂ ਪ੍ਰਵਾਨ ਕਰਨੀਆਂ, ਕਿਉਂਕਿ ਪਿੰਡ ਵਿੱਚ ਸਪੀਕਰ ਲੱਗ ਗਿਆ ਹੈ। ਕੱਲ੍ਹ ਨੂੰ ਫਿਰ ਵਿਚਾਰ ਕਰਾਂਗੇ। ਇੰਨੀ ਵਿਚਾਰ ਕਰਦੇ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ। ਆਪ ਸੰਗਤ ਸਤਿਗੁਰੂ ਜੀ ਬਖਸ਼ਣ ਜੋ ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ